प्रभु यीशु मसीह ਦੇ ਨਾਮ ਦੇ ਵਿੱਚ ਸਭ ਨੂੰ ਜੈ ਮਸੀਹ ਦੀ। ਅੱਜ ਆਪਾਂ ਗੱਲ ਕਰਾਂਗੇ ਕਿ ਪਵਿੱਤਰ ਆਤਮਾ ਕੀ ਆ ਔਰ ਪਵਿੱਤਰ ਆਤਮਾ ਨੂੰ ਪਾਉਣਾ ਕਿਉਂ ਜ਼ਰੂਰੀ ਆ ਔਰ ਪਵਿੱਤਰ ਆਤਮਾ ਨੂੰ ਅਸੀਂ ਕਿਸ ਤਰ੍ਹਾਂ ਪਾ ਸਕਦੇ ਹਾਂ ਔਰ ਪਵਿੱਤਰ ਆਤਮਾ ਨੂੰ ਅਸੀਂ ਆਪਣੇ ਜੀਵਨ ਦੇ ਵਿੱਚ ਕਿਸ ਤਰ੍ਹਾਂ ਸਥਿਰ ਰੱਖ ਸਕਦੇ ਹਾਂ। ਸਭ ਤੋਂ ਪਹਿਲਾਂ ਆਪਾਂ ਜਾਣਾਂਗੇ ਕਿ ਪਵਿੱਤਰ ਆਤਮਾ ਕੀ ਆ। ਇੱਕ ਆਤਮਾ ਜੋ ਕਿ ਅਤ ਪਵਿੱਤਰ ਆ ਉਹਨੂੰ ਕੀ ਕਿਹਾ ਜਾਂਦਾ ਆ? ਪਵਿੱਤਰ ਆਤਮਾ। ਔਰ ਅਤ ਪਵਿੱਤਰ ਆਤਮਾ ਜਿਹੜੀ ਆ ਉਹ ਕਿਹਦੀ ਆ? ਪ੍ਰਭੂ ਦੀ ਆ। ਪ੍ਰਭੂ ਦੀ ਆਤਮਾ, ਪ੍ਰਭੂ ਜਦੋਂ ਦੇਹਧਾਰੀ ਹੋਏ, ਜਦੋਂ ਪਵਿੱਤਰ ਆਤਮਾ ਦੇਹਧਾਰੀ ਹੋਏ ਤੇ ਉਹਨਾਂ ਨੇ ਕਿਹੜਾ ਰੂਪ ਲਿਆ? ਪ੍ਰਭੂ ਯਿਸੂ ਦਾ ਰੂਪ ਲਿਆ। ਕਿਉਂਕਿ ਅਸੀਂ ਇੱਕ ਅਤ ਪਵਿੱਤਰ ਆਤਮਾ ਨੂੰ ਨਹੀਂ ਦੇਖ ਸਕਦੇ ਸੀਗੇ, ਇਸ ਕਰਕੇ ਉਹਨਾਂ ਨੇ ਸਰੀਰ ਦਾ ਰੂਪ ਲਿਆ, ਦੇਹ ਦਾ ਰੂਪ ਲਿਆ, ਜਿਨ੍ਹਾਂ ਨੂੰ ਕਿ ਅਸੀਂ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਕਰਕੇ ਜਾਣਦੇ ਹਾਂ। ਔਰ ਉਸ ਤੋਂ ਬਾਅਦ ਕੀ ਹੋਇਆ? ਜਦੋਂ ਪ੍ਰਭੂ ਯਿਸੂ ਮਸੀਹ ਸਵਰਗ ਵਿੱਚ ਉਠਾਏ ਗਏ ਤੇ ਉਹਨਾਂ ਨੇ ਕਿਹਾ ਕਿ ਤੁਹਾਡੇ ਵਾਸਤੇ ਮੈਂ ਸਹਾਇਕ ਭੇਜਾਂਗਾ, ਤੁਹਾਨੂੰ ਮੈਂ ਅਨਾਥ ਕਦੇ ਵੀ ਨਹੀਂ ਛੱਡਾਂਗਾ। ਜਿਸ ਤਰ੍ਹਾਂ ਕਿ ਯੋਹੰਨਾ ਅਧਿਆਏ 14 ਦੀ ਆਇਤ 15 ਮੈਂ ਪੜਾਂਗੀ। ਜੇ ਤੁਸੀਂ ਮੈਨੂੰ ਪਿਆਰ ਕਰਦੇ ਹੋ ਤੇ ਮੇਰੇ ਹੁਕਮਾਂ ਦੀ ਪਾਲਣਾ ਕਰੋਗੇ ਅਤੇ ਆਇਤ 16 ਅਤੇ ਮੈਂ ਆਪਣੇ ਪਿਤਾ ਤੋਂ ਮੰਗਾਂਗਾ ਔਰ ਉਹ ਤੁਹਾਨੂੰ ਦੂਜਾ ਸਹਾਇਕ ਬਖਸ਼ੇਗਾ, ਭਈ ਉਹ ਸਦਾ ਤੁਹਾਡੇ ਸੰਗ ਰਹੇ। ਪ੍ਰਭੂ ਕੀ ਕਹਿੰਦੇ ਕਿ ਜੇ ਤੁਸੀਂ ਮੈਨੂੰ ਪਿਆਰ ਕਰਦੇ ਹੋ ਤੇ ਮੇਰੇ ਹੁਕਮਾਂ ਦੀ ਪਾਲਣਾ ਕਰਦੇ ਹੋ, ਫਿਰ ਮੈਂ ਪਿਤਾ ਨੂੰ ਕਵਾਂਗਾ ਕਿ ਉਹ ਤੁਹਾਡੇ ਵਾਸਤੇ ਸਹਾਇਕ ਭੇਜੇ ਔਰ ਉਹ ਸਹਾਇਕ ਕੀ ਹੋਏਗਾ? ਪਵਿੱਤਰ ਆਤਮਾ ਹੋਏਗਾ। ਜਦੋਂ ਪਵਿੱਤਰ ਆਤਮਾ ਸਾਡੇ ਅੰਗ ਸੰਗ ਹੁੰਦੇ ਨੇ ਤੇ ਸਾਨੂੰ ਕੀ ਆ? ਹਮੇਸ਼ਾ ਅਸੀਂ ਪਵਿੱਤਰ ਆਤਮਾ ਨੂੰ ਦੇਖ ਨਹੀਂ ਸਕਦੇ, ਪਰ ਪਵਿੱਤਰ ਆਤਮਾ ਨੂੰ ਅਸੀਂ ਆਪਣੇ ਅੰਗ ਸੰਗ ਮਹਿਸੂਸ ਕਰਦੇ ਹਾਂ ਔਰ ਪਵਿੱਤਰ ਆਤਮਾ ਦੇ ਨਾਲ ਅਸੀਂ ਗੱਲਬਾਤ ਵੀ ਕਰ ਸਕਦੇ ਹਾਂ। ਤੁਰਦੇ ਫਿਰਦੇ ਅਸੀਂ ਗੱਲ ਕਰ ਸਕਦੇ ਹਾਂ। ਹਰ ਕੰਮ ਵਿੱਚ, ਹਰ ਡਿਸੀਜ਼ਨ ਵਿੱਚ ਪਵਿੱਤਰ ਆਤਮਾ ਸਾਨੂੰ ਗਾਈਡ ਕਰਦਾ ਆ ਕਿ ਕਿਹੜਾ ਕੰਮ ਸਾਡੇ ਵਾਸਤੇ ਕਰਨਾ ਸਹੀ ਆ ਔਰ ਕਿਹੜਾ ਕੰਮ ਨਹੀਂ ਸਹੀ। ਜਦੋਂ ਮੁਸ਼ਕਿਲਾਂ ਪਰੇਸ਼ਾਨੀਆਂ ਆਉਂਦੀਆਂ ਨੇ ਤੇ ਸਾਡਾ ਕੀ ਆ? ਮਨ ਨਿਰਾਸ਼ ਹੋਣ ਲੱਗਦਾ ਆ ਤੇ ਪਵਿੱਤਰ ਆਤਮਾ ਕੀ ਆ? ਸਾਨੂੰ ਫਿਰ ਗਾਈਡ ਕਰਦਾ ਆ। ਤੁਹਾਡੇ ਕੰਨਾਂ ਵਿੱਚ ਜਦੋਂ ਤੁਸੀਂ ਪਵਿੱਤਰ ਆਤਮਾ ਪਾਉਂਦੇ ਹੋ ਤੇ ਪਵਿੱਤਰ ਆਤਮਾ ਦੀ ਆਵਾਜ਼, ਜਦੋਂ ਪਵਿੱਤਰ ਆਤਮਾ ਤੁਹਾਡੇ ਨਾਲ ਗੱਲ ਕਰਦਾ ਤੇ ਤੁਹਾਡੇ ਕੰਨਾਂ ਵਿੱਚ ਉਹਦੀ ਆਵਾਜ਼ ਜਿਹੜੀ ਆ ਉਹ ਸੁਣਾਈ ਦਿੰਦੀ ਆ। ਤੁਸੀਂ ਤੁਰਦੇ ਫਿਰਦੇ ਪਵਿੱਤਰ ਆਤਮਾ ਦੇ ਨਾਲ ਕੋਈ ਵੀ ਗੱਲ ਕਰ ਸਕਦੇ ਹੋ ਔਰ ਉਹਨਾਂ ਨੂੰ ਪੁੱਛ ਸਕਦੇ ਹੋ। ਕੋਈ ਵੀ ਅਗਰ ਤੁਸੀਂ ਪਰੇਸ਼ਾਨੀ ਵਿੱਚ ਹੋ, ਕਿਸੇ ਵੀ ਬਿਮਾਰੀ ਨੇ ਤੁਹਾਨੂੰ ਜਕੜਿਆ ਆ ਜਾਂ ਕੋਈ ਵੀ ਘਰ ਵਿੱਚ ਪਰੇਸ਼ਾਨੀ ਆ, ਉਹਦੇ ਬਾਰੇ ਤੁਸੀਂ ਪਵਿੱਤਰ ਆਤਮਾ ਦੇ ਨਾਲ ਗੱਲ ਕਰ ਸਕਦੇ ਹੋ। ਔਰ ਪਵਿੱਤਰ ਆਤਮਾ ਪਾਇਆ ਹੋਇਆ ਵਿਅਕਤੀ ਕੀ ਆ? ਹਮੇਸ਼ਾ ਬਲਵਾਨ ਰਹਿੰਦਾ ਆ, ਮਜ਼ਬੂਤ ਰਹਿੰਦਾ ਆ ਔਰ ਉਹਨੂੰ ਕੋਈ ਵੀ ਪਰਮੇਸ਼ਵਰ ਤੋਂ ਦੂਰ ਨਹੀਂ ਕਰ ਸਕਦਾ। ਹਾਲੇਲੂਇਆ। ਹੁਣ ਮੈਂ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੀ ਹਾਂ ਕਿ ਪਵਿੱਤਰ ਆਤਮਾ ਨੂੰ ਪਾਉਣ ਦੇ ਲਾਭ ਕੀ ਆ। ਜਦੋਂ ਸਾਨੂੰ ਪਵਿੱਤਰ ਆਤਮਾ ਮਿਲਦਾ ਆ ਤੇ ਸਾਨੂੰ ਕੀ ਆਪਣੀ ਜ਼ਿੰਦਗੀ ਦੇ ਵਿੱਚ ਜਿਹੜੇ ਆ ਉਹ ਲਾਭ ਹੁੰਦੇ ਨੇ। ਸਭ ਤੋਂ ਪਹਿਲਾਂ ਕੀ ਆ, ਮੈਂ ਤੁਹਾਡੇ ਨਾਲ ਗੱਲ ਕਰਾਂਗੀ ਰਸੂਲਾਂ ਦੇ ਕਰਤੱਵ ਅਧਿਆਇ 2 ਦੇ ਵਿੱਚ, ਜਿਹਦੇ ਵਿੱਚ ਲਿਖਿਆ ਪੰਤੇਕੁਸਤ ਉੱਤੇ ਜਦੋਂ ਪਵਿੱਤਰ ਆਤਮਾ ਉਤਰਿਆ ਤੇ ਕੀ ਆ? ਲੋਕ ਜਿਨ੍ਹਾਂ ਦੇ ਪਵਿੱਤਰ ਆਤਮਾ ਉਤਰਿਆ ਉਹ ਅਲੱਗ-ਅਲੱਗ ਬੋਲੀਆਂ ਬੋਲਣ ਲੱਗੇ ਔਰ ਹਰੇਕ ਦੇਸ਼ ਤੋਂ, ਆਕਾਸ਼ ਦੇ ਹੇਠ ਜੋ ਹਰੇਕ ਦੇਸ਼ ਹੈ ਉੱਥੇ ਭਗਤ ਲੋਕ ਹੀ ਯਰੂਸ਼ਲਮ ਵਿੱਚ ਆਏ ਤੇ ਜਦੋਂ ਉਹਨਾਂ ਨੇ ਵੇਖਿਆ ਕਿ ਇਹਦੇ ਸਾਡੇ ਦੇਸ਼ ਦੀਆਂ ਬੋਲੀਆਂ ਬੋਲ ਰਹੇ ਨੇ ਤੇ ਉਹ ਬੜੇ ਹੀ ਹੈਰਾਨ ਹੋਏ। ਹੁਣ ਕਈ ਲੋਕ ਕਹਿੰਦੇ ਨੇ ਕਿ ਪਵਿੱਤਰ ਆਤਮਾ ਜਦੋਂ ਉਤਰਦਾ ਆ ਅਤੇ ਅਨਿਆ ਭਾਸ਼ਾ ਜਿਹੜੀ ਬੋਲਦੀ ਉਹ ਸਵਰਗੀ ਬਾਣੀ ਆ, ਪਰ ਉਹ ਸਵਰਗੀ ਬਾਣੀ ਨਹੀਂ। ਵਚਨ ਦੱਸਦਾ ਆ ਕਿ ਉਹ ਇਸੇ ਦੁਨੀਆ ਦੀ ਬਾਣੀ ਹੈ। ਜਿਸ ਤਰ੍ਹਾਂ ਕਿ ਲੋਕਾਂ ਨੇ ਕਿਹਾ ਕਿ ਸਭ ਲੋਕਾਂ ਨੇ ਕਿਹਾ ਕਿ ਇਹ ਤੇ ਸਾਡੇ ਦੇਸ਼ ਦੀਆਂ ਬੋਲੀਆਂ ਬੋਲ ਰਹੇ ਨੇ। ਫਿਰ ਮੈਂ ਪ੍ਰਭੂ ਕੋ ਸਵਾਲ ਕੀਤਾ ਕਿ ਪ੍ਰਭੂ ਕਿ ਜੇ ਉਹ ਦੇਸ਼ ਦੀ, ਤੁਹਾਡੇ ਵਚਨ 'ਚ ਲਿਖਿਆ ਕਿ ਉਹ ਦੇਸ਼ ਦੀਆਂ ਬੋਲੀਆਂ ਨੇ, ਤੇ ਫਿਰ ਅਸੀਂ ਤੁਹਾਡੇ ਨਾਲ ਕਿਸ ਤਰ੍ਹਾਂ ਗੱਲ ਕਰ ਸਕਦੇ? ਜਦੋਂ ਅਸੀਂ ਅਨਿਆ ਭਾਸ਼ਾ ਬੋਲਦੇ ਹਾਂ ਤੇ ਅਸੀਂ ਕਿਸ ਤਰ੍ਹਾਂ ਤੁਹਾਡੇ ਨਾਲ ਗੱਲ ਕਰ ਸਕਦੇ ਹਾਂ? ਦੇਖੋ, ਜਦੋਂ ਅਸੀਂ ਮੰਨ ਲਓ ਅਸੀਂ ਆਪਣੀ ਪਰਸਨਲ ਗੱਲ ਕਿਸੇ ਦੇ ਨਾਲ ਕਰਨੀ ਹੁੰਦੀ ਆ ਤੇ ਅਸੀਂ ਕੀ ਆ? ਇੰਗਲਿਸ਼ ਲੈਂਗੁਏਜ, ਮੋਸਟਲੀ ਇੰਗਲਿਸ਼ ਲੈਂਗੁਏਜ ਯੂਜ਼ ਕਰ ਲੈਂਦੇ ਹਾਂ। ਜਦੋਂ ਸਾਡਾ ਕੋਈ ਥਰਡ ਪਰਸਨ ਬੈਠਿਆ ਹੁੰਦਾ ਤਾਂ ਕਿ ਉਹਨੂੰ ਸਾਡੀ ਗੱਲ ਸਮਝ ਨਾ ਲੱਗੇ ਤੇ ਅਸੀਂ ਕੀ ਆ? ਇੰਗਲਿਸ਼ ਲੈਂਗੁਏਜ ਯੂਜ਼ ਕਰ ਲੈਂਦੇ ਹਾਂ। ਜਾਂ ਹੋਰ ਕੋਈ ਹੋਊਗਾ, ਕੋਈ ਅਲੱਗ ਭਾਸ਼ਾ ਯੂਜ਼ ਕਰ ਲੈਂਦਾ ਆ ਤਾਂ ਕਿ ਉਹਨਾਂ ਦੋਵਾਂ ਨੂੰ ਹੀ ਗੱਲ ਦੀ ਸਮਝ ਲੱਗੇ, ਥਰਡ ਪਰਸਨ ਨੂੰ ਗੱਲ ਦੀ ਸਮਝ ਨਾ ਲੱਗੇ। ਜਦੋਂ ਅਸੀਂ ਪ੍ਰਭੂ ਦੇ ਨਾਲ ਗੱਲ ਕਰਨਾ ਚਾਹੁੰਦੇ ਹਾਂ, ਪ੍ਰਭੂ ਦੇ ਅੱਗੇ ਪ੍ਰੇਅਰ ਕਰ ਰਹੇ ਹੁੰਦੇ ਹਾਂ ਤੇ ਪਵਿੱਤਰ ਆਤਮਾ ਜਦੋਂ ਉਤਰਦਾ ਆ, ਸਾਡੀ ਲੈਂਗੁਏਜ ਇਸ ਕਰਕੇ ਚੇਂਜ ਹੁੰਦੀ ਆ ਕਿ ਸਾਡੀ ਜਿਹੜੀ ਗੱਲ ਆ ਉਹ ਸਿਰਫ ਪ੍ਰਭੂ ਨੂੰ ਹੀ ਸਮਝ ਲੱਗੇ, ਪ੍ਰਭੂ ਹੀ ਜਾਣਨ ਕਿ ਅਸੀਂ ਸਾਡੀ ਆਤਮਾ ਜਿਹੜੀ ਆ ਉਹ ਪ੍ਰਭੂ ਕੋ ਕੀ ਮੰਗ ਰਹੀ ਆ। ਲਾਗੇ ਚਾਗੇ ਦੇ ਲੋਕਾਂ ਨੂੰ ਜਿਹੜੀ ਆ ਉਹ ਸਮਝ ਨਾ ਲੱਗੇ, ਇਸ ਕਰਕੇ ਸਾਡੀ ਜਿਹੜੀ ਆ ਅਨਿਆ ਭਾਸ਼ਾ ਦਾ ਵਰਦਾਨ ਪ੍ਰਭੂ ਨੇ ਦਿੱਤਾ ਆ। ਜਦੋਂ ਪਵਿੱਤਰ ਆਤਮਾ ਉਤਰਦਾ ਆ ਤੇ ਪਵਿੱਤਰ ਆਤਮਾ
ਇਹਦਾ ਇੱਕ ਵਰਦਾਨ ਆ अन्य भाषा ਦਾ ਜਿਹੜਾ ਵਰਦਾਨ ਸਾਨੂੰ ਜਦੋਂ ਮਿਲਦਾ ਆ ਤੇ ਅਸੀਂ ਲੋਕਾਂ ਦੇ ਇਕੱਠ ਵਿੱਚ ਬੈਠ ਕੇ ਵੀ ਪ੍ਰਭੂ ਦੇ ਨਾਲ ਪਰਸਨਲ ਗੱਲਬਾਤ ਕਰ ਸਕਦੇ ਹਾਂ। ਹਾਲੇਲੂਇਆ। ਔਰ ਉਸ ਤੋਂ ਬਾਅਦ ਕਿ ਜਦੋਂ ਅਸੀਂ ਔਰ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਜਦੋਂ ਪਵਿੱਤਰ ਆਤਮਾ ਸਾਡੇ ਕੋਲ ਹੁੰਦਾ ਆ ਤੇ ਅਸੀਂ ਆਪਣੇ ਹਰ ਕੰਮ ਵਿੱਚ ਪ੍ਰਭੂ ਦਾ ਡਿਸੀਜ਼ਨ ਜਾਣ ਸਕਦੇ ਆ। ਪਵਿੱਤਰ ਆਤਮਾ ਸਾਨੂੰ ਹਰ ਕੰਮ 'ਚ ਹਰ ਡਿਸੀਜ਼ਨ ਵਿੱਚ ਗਾਈਡ ਕਰਦਾ ਆ ਕਿ ਇਹ ਕੰਮ ਸਹੀ ਆ ਸਾਡੇ ਵਾਸਤੇ ਜਾਂ ਨਹੀਂ, ਕਿਹੜਾ ਡਿਸੀਜ਼ਨ ਲੈਣਾ ਸਾਡੇ ਵਾਸਤੇ ਸਹੀ ਆ। ਇਹ ਸਭ ਕੰਮਾਂ ਵਿੱਚ, ਸਭ ਫੈਸਲੇ ਕਰਨ ਵਿੱਚ ਕੀ ਆ, ਪਵਿੱਤਰ ਆਤਮਾ ਸਾਨੂੰ ਗਾਈਡ ਕਰਦਾ ਆ। ਔਰ ਪ੍ਰਭੂ ਕਹਿੰਦੇ ਨੇ ਕਿ ਜੋ ਮੇਰੇ ਨਾਲ ਪਿਆਰ ਕਰਦਾ ਆ ਉਹਨੂੰ ਹੀ ਮੈਂ ਉਹ ਸਹਾਇਕ ਦੇਵਾਂਗਾ। ਔਰ ਪਿਆਰ ਕੌਣ ਕਰਦਾ ਆ? ਜਿਹੜਾ ਕੀ ਆ ਪ੍ਰਭੂ ਦੇ ਹੁਕਮਾਂ ਦੇ ਅਨੁਸਾਰ ਚੱਲਦਾ ਆ। ਹੁਣ ਤੁਸੀਂ ਇਹ ਸੋਚੋਗੇ ਕਿ ਕਈ ਲੋਕ ਆ ਜਦੋਂ ਚਰਚ ਵਿੱਚ ਜਾਂਦੇ ਨੇ ਤੇ ਉਹਨਾਂ ਤੇ ਪਵਿੱਤਰ ਆਤਮਾ ਉਤਰਦਾ ਆ, ਪਰ ਉਸ ਜਦੋਂ ਬਾਹਰ ਆ ਜਾਂਦੇ ਆ ਤੇ ਉਦੋਂ ਕੀ ਹੁੰਦਾ ਆ ਕਿ ਉਹ ਫਿਰ ਉਸੇ ਦੁਨਿਆਵੀ ਜ਼ਿੰਦਗੀ ਜੀਣ ਲੱਗ ਜਾਂਦੀ ਆ। ਇਹਦੇ ਬਾਰੇ ਵੀ ਮੈਂ ਤੁਹਾਨੂੰ ਦੱਸਾਂਗੀ ਕਿ ਇਹ ਇਸ ਤਰ੍ਹਾਂ ਕਿਉਂ ਹੁੰਦਾ ਆ। ਉਸ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਗੱਲ ਕਰਾਂਗੀ ਕਿ ਅਸੀਂ ਪਵਿੱਤਰ ਆਤਮਾ ਲੈ ਕਿਸ ਤਰ੍ਹਾਂ ਸਕਦੇ ਹਾਂ ਪ੍ਰਭੂ ਕੋਲੋਂ। ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਜਦੋਂ ਅਸੀਂ ਪਰਮੇਸ਼ਵਰ ਦੇ ਹੁਕਮਾਂ ਦੇ ਅਨੁਸਾਰ ਚੱਲਣ ਲੱਗ ਜਾਂਦੇ ਹਾਂ, ਪ੍ਰਭੂ ਦੇ ਵਚਨ ਵਿੱਚ ਲੀਨ ਹੋਣਾ ਸ਼ੁਰੂ ਹੋ ਜਾਂਦੇ ਹਾਂ, ਪ੍ਰਭੂ ਦੇ ਵਚਨਾਂ 'ਤੇ ਅਸੀਂ ਮਨਨ ਕਰਨਾ ਸ਼ੁਰੂ ਕਰ ਦਿੰਦੇ ਹਾਂ। ਤੇ ਜਦੋਂ ਵੀ ਤੁਸੀਂ ਚਰਚ ਵਿੱਚ ਜਾਓ ਜਾਂ ਵਰਸ਼ਿਪ ਕਰ ਰਹੇ ਹੋ ਤੇ ਹਮੇਸ਼ਾ ਅੱਖਾਂ ਬੰਦ ਕਰਕੇ ਤੁਸੀਂ ਵਰਸ਼ਿਪ ਕਰੋ। ਲੋਕ ਇਹ ਸੋਚਦੇ ਆ ਕਿ ਹਾਲੇ ਚਰਚ ਵਿੱਚ ਸੌਂਗ ਚੱਲ ਰਿਹਾ ਤੇ ਅਸੀਂ ਬਾਅਦ ਵਿੱਚ ਜਾਵਾਂਗੇ। ਮੋਸਟਲੀ ਸਭ ਇਹ ਸੋਚਦੇ ਆ, ਪਰ ਹਮੇਸ਼ਾ ਕੋਸ਼ਿਸ਼ ਕਰੋ ਕਿ ਤੁਸੀਂ ਵਰਸ਼ਿਪ ਦੇ ਦੌਰਾਨ ਜਾ ਸਕੋ, ਆਰਾਧਨਾ ਦੇ ਦੌਰਾਨ ਜਾ ਸਕੋ। ਜ਼ਿਆਦਾਤਰ ਆਤਮਾ ਕੀ ਆ ਵਰਸ਼ਿਪ ਦੇ ਦੌਰਾਨ, ਆਰਾਧਨਾ ਦੇ ਦੌਰਾਨ ਲੋਕਾਂ 'ਤੇ ਉਤਰਦਾ ਆ। ਜਦੋਂ ਤੁਸੀਂ ਵਰਸ਼ਿਪ ਕਰ ਰਹੇ ਹੋ ਤੇ ਹਮੇਸ਼ਾ ਅੱਖਾਂ ਬੰਦ ਕਰਕੇ ਵਰਸ਼ਿਪ ਕਰੋ ਤੇ ਪਵਿੱਤਰ ਆਤਮਾ ਤੁਹਾਡੇ 'ਤੇ ਜ਼ਰੂਰ ਉਤਰੇਗਾ। ਹਾਲੇਲੂਇਆ। ਜਦੋਂ ਤੁਸੀਂ ਇਕੱਲੇ ਵਿੱਚ ਪ੍ਰਾਰਥਨਾ ਕਰ ਰਹੇ ਹੁੰਦੇ, ਜਦੋਂ ਅਸੀਂ ਪ੍ਰਾਰਥਨਾ ਕਰ ਰਹੇ ਹੁੰਦੇ ਹਾਂ ਤੇ ਸਾਡਾ ਧਿਆਨ ਕਈ ਵਾਰ ਕੀ ਆ ਇੱਧਰ ਉੱਧਰ ਭਟਕਦਾ ਆ, ਪਰ ਜਦੋਂ ਅਸੀਂ ਵਰਸ਼ਿਪ ਕਰ ਰਹੇ ਹੁੰਦੇ ਹਾਂ ਸਾਡਾ ਧਿਆਨ ਕਦੇ ਵੀ ਇੱਧਰ ਉੱਧਰ ਨਹੀਂ ਭਟਕਦਾ। ਔਰ ਜ਼ਿਆਦਾਤਰ ਆਤਮਾ ਤੁਸੀਂ ਕੀ ਆ ਵਰਸ਼ਿਪ ਦੇ ਦੌਰਾਨ ਜ਼ਿਆਦਾ ਚਾਂਸਸ ਨੇ ਕਿ ਪਵਿੱਤਰ ਆਤਮਾ ਤੁਹਾਡੇ 'ਤੇ ਉਤਰੇ ਔਰ अन्य ਭਾਸ਼ਾ ਦਾ ਵਰਦਾਨ ਤੁਹਾਨੂੰ ਮਿਲ ਸਕੇ। ਹਾਲੇਲੂਇਆ। ਉਸ ਤੋਂ ਬਾਅਦ 4th ਪੁਆਇੰਟ ਆ ਕਿ ਪਵਿੱਤਰ ਆਤਮਾ ਨੂੰ ਅਸੀਂ ਆਪਣੇ ਨਾਲ ਕਿਸ ਤਰ੍ਹਾਂ ਰੱਖ ਸਕਦੇ ਹਾਂ, ਆਪਣੇ ਨਾਲ ਆਪਣੇ ਜੀਵਨ ਵਿੱਚ ਸਥਿਰ ਕਿਸ ਤਰ੍ਹਾਂ ਰੱਖ ਸਕਦੇ ਹਾਂ। ਹੁਣੇ ਮੈਂ ਤੁਹਾਡੇ ਨਾਲ ਗੱਲ ਕਰ ਰਹੀ ਸੀ ਕਿ ਕੁਝ ਲੋਕ ਜਿਹੜੇ ਹੁੰਦੇ ਆ ਚਰਚ ਵਿੱਚ ਉਹਨਾਂ 'ਤੇ ਪਵਿੱਤਰ ਆਤਮਾ ਉਤਰਦਾ ਆ, ਪਰ ਜਦੋਂ ਬਾਹਰ ਆ ਜਾਂਦੇ ਆ ਤੇ ਉਹ ਉਸੇ ਤਰ੍ਹਾਂ ਦੁਨਿਆਵੀ ਜ਼ਿੰਦਗੀ ਆਪਣੀ ਜੀਣਾ ਸ਼ੁਰੂ ਕਰ ਦਿੰਦੇ ਆ। ਔਰ ਇਸ ਬਾਰੇ ਆਪਾਂ ਬੜਾ ਇਹ ਸੋਚਦੇ ਹੋਵਾਂਗੇ, ਮੈਂ ਵੀ ਇਹ ਸੋਚਦੀ ਸੀ ਕਿ ਇਹਨਾਂ 'ਤੇ ਇੰਨਾ ਪਵਿੱਤਰ ਆਤਮਾ ਉਤਰਦਾ ਆ, ਬਾਹਰ ਆ ਕੇ ਉਸੇ ਤਰ੍ਹਾਂ ਗਾਲਾਂ ਕੱਢਦੇ ਆ, ਅਬਿਊਜ਼ਿੰਗ ਵਰਡ ਯੂਜ਼ ਕਰਦੇ ਆ, ਲੋਕਾਂ ਨੂੰ ਮੰਦਾ ਬੋਲਦੇ ਆ। ਤੇ ਮੈਂ ਇਹ ਸੋਚਦੀ ਸੀ ਕਿ ਕਿਸ ਤਰ੍ਹਾਂ ਇਹ ਕਿਉਂ ਇਸ ਤਰ੍ਹਾਂ ਹੁੰਦਾ ਆ ਕਿ ਚਰਚ ਵਿੱਚ ਇਹਨਾਂ 'ਤੇ ਇੰਨਾ ਪਵਿੱਤਰ ਆਤਮਾ ਉਤਰਦਾ ਹੈ ਕਿ ਇਹਨਾਂ ਨੂੰ ਖੁਦ ਦੀ ਸੁੱਧ ਬੁੱਧ ਨਹੀਂ ਹੁੰਦੀ। ਇਸ ਦਾ ਵੀ ਸਵਾਲ ਮੈਨੂੰ ਇਸ ਸਵਾਲ ਦਾ ਆਨਸਰ ਮੈਨੂੰ ਪਵਿੱਤਰ ਆਤਮਾ ਨੇ ਦਿੱਤਾ ਜਦੋਂ ਮੈਂ ਵਚਨ ਸੁਣ ਰਹੀ ਸੀ ਪ੍ਰਭੂ ਦੀ ਸੇਵਿਕਾ ਦਾ। ਤਾਂ ਉਹਨਾਂ ਨੇ ਦੱਸਿਆ ਕਿ ਪਵਿੱਤਰ ਆਤਮਾ ਜਦੋਂ ਬਾਈਬਲ ਵਿੱਚ ਲਿਖਿਆ ਹੈ ਕਿ ਪਵਿੱਤਰ ਆਤਮਾ ਡਵ ਦੇ ਨਿਆਈ ਉਤਰਿਆ। ਪੰਜਾਬੀ ਦੀ ਬਾਈਬਲ ਵਿੱਚ ਲਿਖਿਆ ਕਬੂਤਰ ਦੇ ਨਿਆਈ, ਪਰ ਇੰਗਲਿਸ਼ ਦੀ ਜਦੋਂ ਬਾਈਬਲ ਆਪਾਂ ਪੜ੍ਹਦੇ ਹਾਂ ਤੇ ਡਵ ਦੀ ਨਿਆਈ ਲਿਖਿਆ ਆ, ਮਤਲਬ ਘੁੱਗੀ ਦੀ ਨਿਆਈ ਜਿਹੜਾ ਪਵਿੱਤਰ ਆਤਮਾ ਉਤਰਿਆ ਪ੍ਰਭੂ ਯਿਸੂ ਮਸੀਹ 'ਤੇ। ਹੁਣ ਡਵ ਦੀ ਕੀ ਖਾਸੀਅਤ ਹੈ? ਡਵ ਦੀ ਖਾਸੀਅਤ ਇਹ ਆ ਕਿ ਜਦੋਂ ਕੋਈ ਹਲਕਾ ਜਿਹਾ ਵੀ ਸ਼ੋਰ ਹੁੰਦਾ ਆ, ਥੋੜ੍ਹਾ ਜਿਹਾ ਵੀ ਉੱਚੀ ਆਵਾਜ਼ ਹੁੰਦੀ ਆ ਤੇ ਉਹ ਡਵ ਜਿਹੜੀ ਆ ਉਹ ਉੱਡ ਜਾਂਦੀ ਆ ਉੱਥੋਂ। ਔਰ ਜਿਹੜਾ ਕਬੂਤਰ ਹੁੰਦਾ ਆ ਉਹ ਅੱਖਾਂ ਮੂੰਦ ਕੇ ਬੈਠਾ ਰਹਿੰਦਾ ਆ, ਪਰ ਘੁੱਗੀ ਕਦੇ ਵੀ ਅੱਖਾਂ ਮੂੰਦ ਕੇ ਬੈਠਦੀ ਨਹੀਂ ਆ, ਥੋੜ੍ਹਾ ਜਿਹਾ ਹੀ ਸ਼ੋਰ ਹੋਣ 'ਤੇ ਉਹ ਉੱਡ ਜਾਂਦੀ ਆ। ਜਦੋਂ ਪਵਿੱਤਰ ਆਤਮਾ ਪਾਇਆ ਹੋਇਆ ਵਿਅਕਤੀ ਜਦੋਂ ਉੱਚੀ ਆਵਾਜ਼ ਨਾਲ ਕਿਸੇ ਦੇ ਨਾਲ ਬੋਲਦਾ ਆ, ਗੁੱਸੇ ਦੇ ਨਾਲ ਬੋਲਦਾ ਆ, ਲੜਾਈ ਝਗੜਾ ਕਰਦਾ ਆ, ਅਬਿਊਜ਼ਿੰਗ ਵਰਡ ਯੂਜ਼ ਕਰਦਾ ਆ ਤੇ ਉਸੇ ਵੇਲੇ ਹੀ ਪਵਿੱਤਰ ਆਤਮਾ ਉਹਨੂੰ ਛੱਡ ਕੇ ਚਲੀ ਜਾਂਦੀ ਆ। ਜਦੋਂ ਉਹ ਚਰਚ ਵਿੱਚ ਹੁੰਦਾ ਆ ਪਰਸਨ ਤੇ ਕੀ ਹੁੰਦਾ ਆ ਕਿ ਉਹ ਪ੍ਰਭੂ ਦੇ ਨਾਮ ਦੇ ਵਿੱਚ ਲੀਨ ਹੁੰਦਾ ਆ ਔਰ ਕੀ ਆ ਪਵਿੱਤਰ ਆਤਮਾ ਨੂੰ ਟੱਚ ਕਰਦਾ ਆ, ਪਰ ਬਾਹਰ ਜਾ ਕੇ ਜਦੋਂ ਅਬਿਊਜ਼ਿੰਗ ਵਰਡ ਜਾਂ ਲੋਕਾਂ ਨੂੰ ਮੰਦਾ ਚੰਗਾ ਬੋਲਦਾ ਆ ਜਾਂ ਬੁਰਾਈ ਕਰਦਾ ਆ ਤੇ ਉਸੇ ਵੇਲੇ ਪਵਿੱਤਰ ਆਤਮਾ ਉਹਨੂੰ ਛੱਡ ਕੇ ਚਲਾ ਜਾਂਦਾ ਆ। ਪਰ ਜਿਹੜਾ ਵਰਦਾਨ ਹੁੰਦਾ ਆ ਪਵਿੱਤਰ ਆਤਮਾ ਦਾ ਉਹਦੇ ਕੋਲ ਰਹਿ ਜਾਂਦਾ ਆ।
क्योंकि ਜਦੋਂ ਅਸੀਂ ਕਿਸੇ ਨੂੰ ਗਿਫਟ ਕਰਦੇ ਹਾਂ, ਪ੍ਰਭੂ ਦੇ ਸੇਵਕ ਦੱਸ ਰਹੇ ਸੀ ਕਿ ਜਦੋਂ ਅਸੀਂ ਕਿਸੇ ਨੂੰ ਗਿਫਟ ਕਰਦੇ ਹਾਂ ਤੇ ਅਗਰ ਸਾਡੇ ਨਾਲ ਕੋਈ ਉਹਦੇ ਨਾਲ ਲੜਾਈ ਝਗੜਾ ਹੋ ਜਾਂਦਾ ਆ ਤੇ ਅਸੀਂ ਉਹਦੇ ਕੋਲ ਗਿਫਟ ਵਾਪਸ ਨਹੀਂ ਲੈਂਦੇ। ਉਸੇ ਤਰ੍ਹਾਂ ਜਦੋਂ ਜਦੋਂ ਕੋਈ ਪਰਸਨ ਪਵਿੱਤਰ ਆਤਮਾ ਪਾਇਆ ਹੋਇਆ ਪਰਸਨ ਕਿਸੇ ਦੇ ਨਾਲ ਲੜਾਈ ਝਗੜਾ ਜਾਂ ਕੋਈ ਇਸ ਤਰ੍ਹਾਂ ਦੇ ਕੰਮ ਕਰਦਾ ਆ ਜੋ ਪ੍ਰਭੂ ਨੂੰ ਪਸੰਦ ਨਹੀਂ ਆ ਤੇ ਪਵਿੱਤਰ ਆਤਮਾ ਉਹਨੂੰ ਉਸੇ ਵੇਲੇ ਛੱਡ ਕੇ ਚਲ ਜਾਂਦਾ ਆ। ਪਰ ਪਵਿੱਤਰ ਆਤਮਾ ਦਾ ਦਿੱਤਾ ਹੋਇਆ ਵਰਦਾਨ ਅਨਿਆ ਭਾਸ਼ਾ ਜਿਹੜਾ ਆ ਉਹਦੇ ਕੋਲ ਹੀ ਰਹਿ ਜਾਂਦਾ ਆ। ਪਰ ਉਹ ਅਨਿਆ ਭਾਸ਼ਾ ਪਰ ਜਿੰਨੀ ਦੇਰ ਤੱਕ ਉਹਦੇ ਕੋਲ ਪਵਿੱਤਰ ਆਤਮਾ ਨਹੀਂ ਆ ਉਹ ਅਨਿਆ ਭਾਸ਼ਾ ਦੇ ਨਾਲ ਪ੍ਰਭੂ ਦੇ ਨਾਲ ਗੱਲਬਾਤ ਨਹੀਂ ਕਰ ਸਕਦਾ, क्योंकि पवित्र आत्मा जिहने की वरदान दिता अन्य भाषा का ਉਹੀ पवित्र आत्मा ਉਹਦੇ ਨਾਲ नहीं है तो फिर वो अन्य भाषा यूज़ करके प्रभु ਦੇ ਨਾਲ इस तरह गल नहीं कर सकता जिन्नी देर तक ਉਹਦੇ ਤੇ पवित्र आत्मा का मसा नहीं होगा। वो सिर्फ एक गिफ्ट या प्रभु ਦੇ द्वारा दिता होया ਜਿਹੜਾ ਉਹਦੇ ਕੋਲ रह जाएगा, पर वो इस तरह गल नहीं कर सकेगा प्रभु ਦੇ ਨਾਲ, क्योंकि प्रभु अत पवित्र या और अत पवित्र दे दर्शन करना या अत पवित्र नाल गल करना इन्ना आसान नहीं है कि असी एक साइड दे बुराई करी जाइए और दूसरी साइड ते असी चाहिए कि प्रभु दे नाल गल कर सकीए और प्रभु दे दर्शन कर सकीए। प्रभु ने प्रकाश की पोथी विच भी कहा है कि मेरे कोलों तू सुरमा लै लै तां जो तू सुजाखा हो जावीं, सुजाखा हो जावे, ताकि प्रभु कहते कि तू अपनी अखियां नूं एनोइंट कर फिर ही तू मैनू देख सकदा है, क्योंकि प्रभु अत पवित्र है। जिन्नी देर तक असी अपनी अखियां नूं बुरा देखण तो रोक नहीं सकते उन्नी देर तक असी अत पवित्रता के दर्शन नहीं कर सकते। उस तरह असी अपनी जिन्नी देर तक असी अपनी जीभ नूं बुरा बोलन तो रोक नहीं सकते, बुरा बोलन तो रोकते नहीं आ असी उन्नी देर तक प्रभु दे नाल उस अत पवित्र दे नाल गल भी नहीं कर सकते। असी हर बुराई तो बच के प्रभु दे हुक्मां ते चल के ही पवित्र आत्मा नूं अपनी जिंदगी दे विच स्थिर रख सकते हैं और चलदे फिरदे मैं प्रभु दे नाल गलबात प्रभु मेरे नाल गल करदे ने और मैनूं बड़ी खुशी हुंदी आ। और कई बार पहला मैं सोचदी सी जदों स्टार्टिंग च पवित्र आत्मा ने प्रभु ने मेरे नाल इदां तुरदिया फिरदिया गल करनी स्टार्ट कीती ते मैं सोचना किते ये मेरे अपने मन दा विचार ते नहीं है, पर जदों मैं वचन सुनना प्रभु दे सेवक दा ते जो पवित्र आत्मा ने मेरे नाल गल कीती हुंदी सी ओही सेम वचन मैं प्रभु दे सेवक को भी सुनना। इस करके होया क्योंकि प्रभु मैनू ये जाहिर करना चाहते सी कि मैं ही तेरे नाल गल करदा या तेरे अपने मन दे विचार नहीं है। जदों पवित्र आत्मा तुरदिया फिरदिया साडे नाल गल करदे ने ते साडा जीवन जिहड़ा आ वो बहुत ही आनंद दे नाल भरदा है और बहुत ही मन नूं खुशी हुंदी है कि प्रभु साडे नाल गल कर रहे ने। पवित्र आत्मा पाया होया व्यक्ति कदे भी जिंदगी दे विच निराश नहीं रह सकदा और कदे भी किसी चीज़ की उन्होंने कमी नहीं रह सकती, क्योंकि जिहदे नाल प्रभु आ ਉਹਦੇ ਤੋਂ ਕੀ ਆ ਹੋਰ ਕੀ ਲੁਕਿਆ ਰਹਿ ਗਿਆ ਆ, क्योंकि प्रभु ने ही सारी सृष्टि ਨੂੰ बनाया। मेरे प्यारे भैन भरावो मैं यही ਤੁਹਾਨੂੰ कहना चाहनी कि पवित्र आत्मा पा के असी अपने आप दी और अपने परिवार नूं सुरक्षित कर सकते हैं, आने वाले संकटां तो बचा सकते हैं। वो संकट जिहड़े दुनिया ते आने वाले ने वो संकट की घड़ी जिहड़ी आने वाली आ उहदे वास्ते असी अपने आप नूं और अपने परिवार नूं बचा सकते हैं उन्हां संकटां तो। खुदा तुहानूं ब्लैस करन और पवित्र आत्मा का वरदान जो भी भैन भरा पाउणा चाहुंदे ने मैं उन्हां वास्ते प्रार्थना करदी हां कि खुदा उन्हां नूं पवित्र आत्मा दे नाल मसा करन और पवित्र आत्मा का मसा हमेशा उन्हां ते बनिया रहे और अपने मूँह नूं बुराई बोलन तो अपने मन नूं बुरा सोचन तो और अपनी अखां नूं बुरा वेखण तो रोको, तद ही तुसी आत पवित्रता दे दर्शन कर सकते हो, आत पवित्रता दे नाल गल कर सकते हो। मेरे प्यारे भैन भरावो मैं तुहाडे नाल तुहानूं यही कहना चाहुंदी हां कि तुसी पवित्र आत्मा दे द्वारा भरे रहो और पवित्र आत्मा दे विच हमेशा सरगर्म रहो ताकि प्रभु हमेशा तुहाडे अंग संग रहन और प्रभु द्वारा जो सहायक तुहानूं मिलिया है वो सहायक हमेशा तुहाडे साथ रहे। तुसी महसूस करोगे प्रभु नूं अपने नाल चलदा फिरदा। मैं यही प्रभु को सब वास्ते प्रार्थना करांगी जल्दी ही प्रभु तुहानूं पवित्र आत्मा दे नाल मसा करन, खुदा तुहानूं ब्लैस करन और तुहाडे घराने नूं ब्लैस करन। हालेलुया। तुहाडे कामकार नूं ब्लैस करन। हालेलुया। तारीफ और शुक्र हो प्रभु तुहाडा धन्नवाद हो। आमीन आमीन आमीन।